फ्रेंड्स, वेलकम टू मैग्निफिसेंट एंड लर्निंग। सो ਅੱਜ ਅਸੀਂ ਪਿਆਜੇ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦੇ MCQs ਕਰਾਂਗੇ। ਆਪਾਂ ਅੱਜ ਇਸ ਵੀਡੀਓ ਦੇ ਵਿੱਚ 20 MCQs ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਜਿਹੜੇ MCQs ਨੇ ਪੁਰਾਣੇ ਜਿਹੜੇ ਵੀ ਕੁਐਸਚਨ ਪੇਪਰਸ ਨੇ, ਭਾਵੇਂ ਸਟੇਟ OBC ਟੈਟ ਪੀ ਟੈਟ ਰੀਟ, ਇਹਨਾਂ ਸਾਰੇ ਦੇ ਵਿੱਚ ਵੀ ਕੁਐਸਚਨਸ ਜਿਹੜੇ ਨੇ ਉਹ ਮੈਂ ਕਲੈਕਟ ਕੀਤੇ ਨੇ ਤੇ ਤਾਂ ਕਿ ਇਸ ਕੁਐਸਚਨਸ ਨੂੰ ਇਕੱਠੇ ਕਰਨ ਦਾ ਇੱਕ ਹੀ ਮਕਸਦ ਹੈ ਤਾਂ ਕਿ ਤੁਹਾਨੂੰ ਐਗਜ਼ਾਮੀਨਰ ਦੇ ਜੋ ਪੁਆਇੰਟ ਆਫ ਵਿਊ, ਐਗਜ਼ਾਮੀਨਰ ਦੀ ਜੋ ਸੋਚ ਹੈਗੀ ਵੀ ਤੁਹਾਨੂੰ ਕਿਸ ਤਰੀਕੇ ਦੇ ਨਾਲ ਕੁਐਸਚਨ ਪੁੱਛਿਆ ਜਾਂਦਾ ਹੈ ਘੁਮਾ ਫਿਰਾ ਕੇ, ਐਂਡ ਤੁਸੀਂ ਕੁਐਸਚਨਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹੋ ਇਸ ਦੇ ਲਈ ਹੀ ਇਸ ਕੁਐਸਚਨਸ ਨੂੰ ਜਿਹੜਾ ਹੈਗਾ ਉਹ ਅਸੀਂ ਕਲੈਕਟ ਕੀਤਾ ਆ। ਐਂਡ ਇਹਨਾਂ ਕੁਐਸਚਨਸ ਦੇ ਨਾਲ ਤੁਹਾਡੀ ਅੰਡਰਸਟੈਂਡਿੰਗ ਬੈਟਰ ਹੋ ਜਾਏਗੀ। ਐਂਡ ਪਿਆਜੇ ਦੀ ਜਿਹੜੀ ਕੋਗਨੀਟਿਵ ਡਿਵੈਲਪਮੈਂਟ ਦੀ ਜਿਹੜੀ ਫੇਮਸ ਥਿਊਰੀ ਆ ਉਹ ਜਿਹੜੀ ਹੈਗੀ ਤੁਹਾਡੇ ਦਿਮਾਗ ਦੇ ਵਿੱਚ ਇੱਕਦਮ ਛਪ ਜਾਣ ਵਾਲੀ ਹੈ, ਕਿਉਂਕਿ ਜਿਹੜੇ ਅਗਰ ਤੁਸੀਂ ਕੱਲ੍ਹ ਦੀ ਵੀਡੀਓ ਵੀ ਦੇਖੀ ਹੈ ਤਾਂ ਇਹ ਵੀਡੀਓ ਤਾਂ ਤੁਹਾਡੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ। ਐਂਡ ਕਿਉਂਕਿ ਇਸ ਦੇ ਵਿੱਚ ਜਿਹੜਾ ਹੈਗਾ ਆਪਾਂ ਕੁਐਸਚਨਸ ਨਾਲ ਥੋੜ੍ਹਾ ਹੋਰ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਦੀ ਜਾਵਾਂਗੀ। ਐਂਡ ਪੁਰਾਣੀ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖ ਲੈਣਾ ਹੈ, ਜਿਹੜੀ ਕਿ ਜਿਸ ਵਿੱਚ ਅਸੀਂ ਡਿਟੇਲਡ ਐਕਸਪਲੇਨ ਕੀਤਾ ਹੋਇਆ ਹੈ ਅਕੋਮੋਡੇਸ਼ਨ, ਐਸਿਮੀਲੇਸ਼ਨ, ਸਕੀਮਾ, ਸੈਂਟਰੇਸ਼ਨ, ਡੀਸੈਂਟਰੇਸ਼ਨ, ਕੰਜ਼ਰਵੇਸ਼ਨ, ਸੀਰੀਏਸ਼ਨ, ਹੈ ਨਾ, ਟ੍ਰਾਂਜ਼ਿਟਿਵਿਟੀ, ਇਹ ਸਾਰੇ ਜਿਹੜੀ ਇੰਪੋਰਟੈਂਟ ਟਰਮਸ ਨੇ ਆਪਣੇ ਆਪ ਦੇ ਵਿੱਚ। ਤੇ 4 ਸਟੇਜਸ ਨੇ ਜਿਹੜੀਆਂ ਸੈਂਸਰੀ ਮੋਟਰ, ਪ੍ਰੀ ਆਪਰੇਸ਼ਨਲ, ਕੰਕਰੀਟ ਆਪਰੇਸ਼ਨਲ, ਫਾਰਮਲ ਆਪਰੇਸ਼ਨ, ਉਹਨਾਂ ਨੂੰ ਵੀ ਬਰੀਫਲੀ ਜਿਹੜਾ ਡਿਸਕਸ ਕੀਤਾ ਗਿਆ ਹੈ। ਐਂਡ ਸੋ ਵਿਦਾਊਟ ਵੇਸਟਿੰਗ ਟਾਈਮ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ। ਐਂਡ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਕੇ ਜਾਣਾ ਹੈ। ਅਗਰ ਤੁਹਾਨੂੰ ਇੱਕ ਪਸੰਦ ਆਉਂਦੀ ਹੈ ਤਾਂ ਵੀਡੀਓ ਤੁਹਾਨੂੰ ਲੱਗਦਾ ਹੈ ਵਾਕਈ ਤੁਹਾਡੇ ਲਈ ਹੈਲਪਫੁਲ ਹੋਈ ਹੈ ਤਾਂ ਜ਼ਰੂਰ ਲਾਈਕ ਕਰਨਾ ਹੈ, ਡਿਸਲਾਈਕ ਵੀ ਕਰ ਸਕਦੇ ਹੋ ਅਗਰ ਪਸੰਦ ਨਹੀਂ ਆਉਂਦੀ। ਐਂਡ ਨਾਲ ਕਾਰਨ ਵੀ ਜ਼ਰੂਰ ਦੱਸ ਕੇ ਜਾਇਓ। ਐਂਡ ਹੋਰ ਵੀ ਤੁਹਾਨੂੰ ਜਿਹੜੀ ਵੀ ਥਿਊਰੀਜ਼ ਚਾਹੀਦੀਆਂ ਨੇ, ਹੈ ਨਾ, ਉਹ ਵੀ ਜਿਹੜਾ ਹੈਗਾ ਤੁਸੀਂ ਮੈਨੂੰ ਕਮੈਂਟ ਦੱਸ ਸਕਦੇ ਹੋ ਵੀ ਮੈਡਮ ਸਾਨੂੰ ਆਹ ਵਾਲੀ ਥਿਊਰੀ ਜਿਹੜੀ ਹੈ ਕਰਵਾ ਦਿਓ, ਠੀਕ ਹੈ ਜੀ। ਸੋ ਕੁਐਸਚਨਸ ਨੂੰ ਆਪਾਂ ਸਟਾਰਟ ਕਰਦੇ ਹਾਂ। ਆਪਣਾ ਫਸਟ ਕੁਐਸਚਨ ਹੈ, ਅਕੋਰਡਿੰਗ ਟੂ ਪਿਆਜੇ ਵਿਚ ਵਨ ਆਫ ਦ ਫੋਲੋਇੰਗ ਫੈਕਟਰ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਇਨਫਲੂਐਂਸਿੰਗ ਡਿਵੈਲਪਮੈਂਟ। ਸੋ ਘਬਰਾਉਣਾ ਬਿਲਕੁਲ ਨਹੀਂ ਹੈ, ਠੀਕ ਹੈ ਜੀ। ਕੁਐਸਚਨਸ ਮੈਂ ਇੰਗਲਿਸ਼ ਦੇ ਵਿੱਚ ਹੀ ਕਲੈਕਟ ਕੀਤੇ ਨੇ। ਐਂਡ ਆਪਾਂ ਨਾਲ ਦੀ ਨਾਲ ਮੈਂ ਤੁਹਾਨੂੰ ਪੰਜਾਬੀ ਵੀ ਦੱਸੂੰਗੀ ਕੁਐਸਚਨ ਦੀ, ਠੀਕ ਹੈ ਜੀ। ਹਰ ਇੱਕ ਵਰਡ ਜਿਹੜਾ ਪੰਜਾਬੀ ਦੇ ਵਿੱਚ ਐਕਸਪਲੇਨ ਕੀਤਾ ਜਾਏਗਾ, ਸੋ ਟੈਨਸ਼ਨ ਲੈਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਸੋ ਆਪਣਾ ਕੁਐਸਚਨ ਹੈ ਵੀ ਪਿਆਜੇ ਦੇ ਅਨੁਸਾਰ ਸਭ ਤੋਂ ਇਹ ਜਿਹੜੇ ਨੀਚੇ 4 ਫੈਕਟਰ ਆਪਾਂ ਨੂੰ ਦਿੱਤੇ ਨੇ, ਠੀਕ ਹੈ ਜੀ, ਰੀਇਨਫੋਰਸਮੈਂਟ, ਲੈਂਗੁਏਜ, ਐਕਸਪੀਰੀਅੰਸ ਵਿਦ ਫਿਜ਼ੀਕਲ ਵਰਲਡ ਔਰ ਇਮੀਟੇਸ਼ਨ, ਇਹਨਾਂ ਦੇ ਵਿੱਚੋਂ, ਠੀਕ ਹੈ ਜੀ, ਡਿਵੈਲਪਮੈਂਟ ਯਾਨੀ ਕਿ ਵਿਕਾਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਿਹੜਾ ਫੈਕਟਰ ਹੈ। ਸੋ ਤੁਸੀਂ ਦੱਸਣਾ ਹੈ ਪਿਆਜੇ ਦੇ ਅਕੋਰਡਿੰਗ ਆਪਾਂ ਨੇ ਦੱਸਣਾ ਸਭ ਤੋਂ ਪ੍ਰਭਾਵਸ਼ਾਲੀ ਵਿਕਾਸ ਦੇ ਵਿੱਚ ਕਿਹੜਾ ਫੈਕਟਰ ਇਹਨਾਂ 'ਚੋਂ ਹੋ ਸਕਦਾ ਹੈ। ਰੀਇਨਫੋਰਸਮੈਂਟ, ਲੈਂਗੁਏਜ, ਐਕਸਪੀਰੀਅੰਸ ਵਿਦ ਫਿਜ਼ੀਕਲ ਵਰਲਡ ਜਾਂ ਫਿਰ ਇਮੀਟੇਸ਼ਨ। ਸੋ ਜਿਵੇਂ ਤੁਸੀਂ ਅਗਰ ਪੁਰਾਣੀ ਕੱਲ੍ਹ ਵਾਲੀ ਵੀਡੀਓ ਦੇਖੀ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਵੀ ਜਿਹੜਾ ਪਿਆਜੇ ਨੇ ਉਹਨਾਂ ਨੇ ਕੰਸਟਰਕਟਿਵਿਸਟ ਨੇ, ਉਹਨਾਂ ਨੇ ਇਹੀ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਵੀ ਜਿਹੜੇ ਬੱਚੇ ਨੇ ਉਹ ਖੁਦ ਆਪਣੇ ਆਪ ਜਿਹੜਾ ਨੇ ਉਹ ਆਪਣੇ ਆਲੇ ਦੁਆਲੇ ਦੇ ਨਾਲ, ਆਪਣੇ ਫਿਜ਼ੀਕਲ ਵਰਲਡ ਦੇ ਨਾਲ ਕਿਰਿਆ ਕਰਕੇ ਜਿਹੜਾ ਹੈਗਾ ਉਹ ਸਿੱਖਦੇ ਨੇ। ਐਕਸਪੀਰੀਅੰਸ ਵਿਦ ਦ ਫਿਜ਼ੀਕਲ ਵਰਲਡ ਯਾਨੀ ਕਿ ਜੋ ਆਪਣਾ ਆਲਾ ਦੁਆਲਾ ਹੈ, ਆਪਣਾ ਜੋ ਇਨਵਾਇਰਮੈਂਟ ਹੈ, ਉਸ ਦੇ ਨਾਲ ਖੁਦ ਹੀ ਪ੍ਰਤੀਕਿਰਿਆ ਕਰਕੇ ਕਾਫੀ ਕੁਝ ਜਿਹੜਾ ਸਿੱਖਦੇ ਨੇ। ਸੋ ਟੀਚਰ ਨੂੰ ਐਜ਼ ਅ ਫੈਸੀਲੀਟੇਟਰ ਹੋਣ ਦੀ ਜ਼ਰੂਰਤ ਹੈ। ਬੱਚੇ ਨੂੰ ਇੱਕ ਐਸਾ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਜਿਹੜਾ ਬੱਚਾ ਖੁਦ ਐਕਸਪੀਰੀਅੰਸ ਕਰ ਸਕੇ, ਆਪਣੇ ਅਨੁਭਵ ਲੈ ਸਕੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰ ਸਕੇ, ਠੀਕ ਹੈ ਜੀ। ਸੋ ਆਪਣਾ ਨੈਕਸਟ ਕੁਐਸਚਨ ਹੈ, ਪਿਆਜੇ ਦੇ ਅਨੁਸਾਰ ਗਿਆਨਾਤਮਕ ਵਿਕਾਸ ਦੀ ਦੂਜੀ ਅਵਸਥਾ ਕਿਹੜੀ ਹੈ। ਦੂਜੀ ਅਵਸਥਾ ਦਾ ਨਾਮ ਦੱਸਣਾ ਆਪਾਂ ਨੇ। ਸੰਵੇਗਾਤਮਕ ਅਵਸਥਾ ਹੈ, ਠੀਕ ਹੈ, ਜਾਂ ਫਿਰ ਰਸਮੀ ਅਵਸਥਾ ਹੈ, ਜਾਂ ਫਿਰ ਪੂਰਵ ਬਾਲ ਅਵਸਥਾ ਹੈ ਨਾ ਜੀ। ਸੋ ਇਹਨਾਂ ਦੇ ਵਿੱਚ ਦੱਸਣਾ ਵੀ ਦੂਜੀ ਸਟੇਜ ਕਿਹੜੀ ਹੈ। ਸੋ ਆਪਣੀ ਰਾਈਟ ਆਪਸ਼ਨ ਹੈ, ਆਪਣੀ ਰਾਈਟ ਪ੍ਰੀ ਆਪਰੇਸ਼ਨਲ ਸਟੇਜ। ਫਸਟ ਸਟੇਜ ਹੈਗੀ ਹੈ ਸੈਂਸਰੀ ਮੋਟਰ, ਸੈਕਿੰਡ ਸਟੇਜ ਹੈ ਪ੍ਰੀ ਆਪਰੇਸ਼ਨਲ, ਥਰਡ ਹੈ ਕੰਕਰੀਟ ਆਪਰੇਸ਼ਨਲ, ਐਂਡ ਫੋਰਥ ਜਿਹੜੀ ਸਟੇਜ ਹੈ ਉਹ ਆਪਣੇ ਕੋਲ ਹੈਗੀ ਹੈ ਫਾਰਮਲ ਆਪਰੇਸ਼ਨਲ ਸਟੇਜ, ਠੀਕ ਹੈ ਜੀ। ਇਹ ਸੀਗੀਆਂ ਆਪਣੇ ਇੰਪੋਰਟੈਂਟ ਸਟੇਜਸ। ਥੋੜ੍ਹਾ ਜਿਹਾ ਮੈਂ ਤੁਹਾਨੂੰ ਹੋਰ ਡਿਸਕਸ ਜਿਹੜਾ ਹੈਗਾ ਦੱਸ ਦਿੰਦੀ ਹਾਂ, ਜਿਨ੍ਹਾਂ ਨੇ ਪੁਰਾਣੀ ਵੀਡੀਓ ਨਹੀਂ ਦੇਖੀ ਉਹਨਾਂ ਦੇ ਲਈ। ਸੋ ਜਿਹੜੀ ਸੈਂਸਰੀ ਮੋਟਰ ਦੀ ਸਟੇਜ ਹੈਗੀ ਹੈ ਤਾਂ 0 ਤੋਂ ਲੈ ਕੇ 2 ਸਾਲ ਦੇ ਬੱਚਿਆਂ ਦੀ ਹੈ, 1 ਸੈਕਿੰਡ, ਬਰਥ ਤੋਂ ਲੈ ਕੇ 2 ਈਅਰ ਦੇ ਬੱਚੇ ਜਿਹੜੇ ਨੇ ਸਟੇਜ ਦੇ ਵਿੱਚ ਆ ਜਾਂਦੇ ਨੇ। ਐਂਡ ਪਿਆਜੇ ਨੇ ਇੱਕ ਗੱਲ ਹੋਰ ਕਹੀ ਹੈ ਵੀ ਕੋਈ ਵੀ ਜਿਹੜਾ ਚਿਲਡਰਨ ਹੈ ਇਹਨਾਂ ਸਾਰੀਆਂ ਸਟੇਜ, ਇਹਨਾਂ 'ਚੋਂ ਕੋਈ ਵੀ ਸਟੇਜ ਜਿਹੜੀ ਹੈ ਸਕਿਪ ਨਹੀਂ ਕਰ ਸਕਦਾ, ਉਹ ਹਰ ਇੱਕ ਪੜਾਅ ਦੇ ਵਿੱਚੋਂ, ਹਰ ਇੱਕ ਅਵਸਥਾ ਦੇ ਵਿੱਚੋਂ ਗੁਜ਼ਰਦਾ ਹੈ। ਐਂਡ ਪ੍ਰੀ ਆਪਰੇਸ਼ਨਲ ਸਟੇਜ ਜਿਹੜੀ ਹੈਗੀ ਉਹ 2 ਤੋਂ ਲੈ ਕੇ 7 ਸਾਲ ਦੇ ਬੱਚੇ, ਕੰਕਰੀਟ ਹੈ 7 ਤੋਂ 11, ਐਂਡ ਫਾਰਮਲ ਜਿਹੜੀ ਹੈਗੀ ਹੈ ਅਡੋਲਸੈਂਸ ਤੋਂ ਲੈ ਕੇ ਅਡਲਟਹੁੱਡ ਤੱਕ, ਠੀਕ ਹੈ ਜੀ। ਇਹ ਨੇ ਡਿਫਰੈਂਟ ਸਟੇਜਸ। ਨੈਕਸਟ ਹੈ, in this theory of cognitive development Jean Piaget explained cognitive structure in terms of dash, ठीक है जी। सो
इस थ्योरी के अकॉर्डिंग ज्ञानात्मक विकास की थ्योरी के विच पियाजे ने कोगनेटिव स्ट्रक्चर की गल की है। ठीक है जी, जिवें कि आपां कल भी डिस्कस किया है, कोगनेटिव स्ट्रक्चर की गल की है। इन्हां चों किहड़ा है कोगनेटिव स्ट्रक्चर, उसके बारे दसना तुसीं। चार ऑप्शन के विचों स्टिमुलस रिस्पॉन्स एसोसीएशन, जोन ऑफ प्रॉक्सिमल डिवेलपमेंट, स्कीमा या फिर साइकोलॉजिकल टूल्स। इन्हां चारां दे विचों किस कोगनेटिव स्ट्रक्चर की गल की है। सो पियाजे ने अपने कोल स्कीमा, ठीक है जी, राइट ऑप्शन है स्कीमास की गल की है कोगनेटिव स्ट्रक्चर की। स्कीमा बेसिकली की होंदा है, बिल्डिंग ब्लॉक्स ऑफ इंटैलीजेंट बिहेवियर। ये इसकी डेफिनेशन आ स्कीमा की, बिल्डिंग ब्लॉक्स ऑफ इंटैलीजेंट बिहेवियर, यानी कि साडे दिमाग दे विच जिहड़ा हैगा किसी भी इंफॉर्मेशन जिहड़ी एक लॉन्ग टर्म मैमोरी दे विच सेव होंदी है किसी भी चीज़ को लैके, तो वह की होंदी है स्कीमा होंदी है। लाइक जिवें मैं तुहानूं कल भी एग्जाम्पल दी सी कि स्कीमा की एग्जाम्पल सी कि भी एक व्यक्ति है जो रेस्टोरेंट के विच जाता है, वो सब तो पहले की करता है, रेस्टोरेंट के अंदर जाता है, उस तो बाद अपना टेबल बुक करता है, उत्थे बैठता है, फिर सैकेंड होता थर्ड स्टैप के अंदर अपने मेनू कार्ड को देखता है, उस तो बाद जोड़ा है ऑर्डर प्लेस करता है, ऑर्डर करन तो बाद खाना खाता है, तो लास्ट विच के बिल पे करता है। यह एक जो प्रोसैस आ, यह जो व्यक्ति के दिमाग के विच एक लॉन्ग टर्म मैमरी के रूप के सेफ है, उसनों आपां की कहते हैं स्कीमा कहते हैं। ठीक है जी, सो स्कीमा नूं बेसिक बिल्डिंग ब्लॉक्स ऑफ नॉलेज या फिर इंटैलीजेंट बिहेवियर भी कहा जाता है। सो काफ़ी सारे क्वेश्चन जो पूछा भी जा चुका है पेपरों के बेसिक बिल्डिंग ब्लॉक्स ऑफ नॉलेज किसनों कहा जाता है, तो कहा जाता है स्कीमा। ठीक है जी, सो इसे के अपने क्वेश्चन नैक्सट क्वेश्चन अपना है, इन्हां दे विचों किहड़ी पियाजे की जिहड़ी थ्योरी है उहदे अकॉर्डिंग सही है, करैक्ट है। इन्हां चों किहड़ी स्टेटमेंट जिहड़ी पियाजे के अकॉर्डिंग करैक्ट है वो आपां ने दसनी है। सो पहले सब तो पहले आप फस्ट पॉइंट को समझते हैं। फस्ट पॉइंट कि द सीक्वेंस ऑफ स्टेजिस कैन वेरी अकॉर्डिंग टू द कल्चरल कंटैक्सट ऑफ चिल्ड्रन, यानी कि फस्ट पॉइंट में कहा गया भी जो स्टेजिस का सीक्वेंस है वो कल्चरल, यानी कि कल्चर के अकॉर्डिंग सभ्याचारक बच्चे के अकॉर्डिंग रखा गया है। सो इस तरीके का बिल्कुल नहीं है। ठीक है जी, ये बिल्कुल रॉन्ग है, अपने करैक्ट जी वो लभनी है। नैक्सट है ही आर्ग्यूज दैट इंस्टेंट ऑफ प्रोग्रेसिंग थ्रू स्टेजिस कोगनेटिव डिवेलपमेंट इज कंटीन्यूअस प्रोसैस। ठीक है जी, सो पियाजे ने ही गल कही है भी जी स्टेजिस तो इलावा जी कोगनेटिव ज्ञान जोड़ा है ज्ञानात्मक जोड़ा विकास है वो क्या लगातार होंदा रहता है, यानी कि कंटीन्यूअस प्रोसैस है। तो यह स्टेटमेंट भी जी है कि रॉन्ग हो जाती है। ठीक है जी, क्योंकि पियाजे ने तो खुद ही 4 स्टेजिस दी ने, सो किमें कह सकते हैं भी स्टेजिस महत्वपूर्ण नहीं है। ठीक है जी, नैक्सट है ही हैज़ प्रपोज्ड 5 डिस्टिंक्ट स्टेजिस ऑफ कोगनेटिव डेवलपमेंट। सो आप सारे पता है जीन पियाजे ने 4 स्टेजिस की गल की है, सेंसरी मोटर प्री ऑपरेशनल, दैन उस बाद कंक्रीट ऑपरेशन, दैन उस बाद फॉर्मल ऑपरेशन। सो इन 5 तो दी नहीं, 4 स्टेजिस आपको दी ने। सो ये ऑप्शन जी भी रॉन्ग हो जाती है। सो लास्ट ऑप्शन अपने को बचती है द स्टेजिस आर इन वेरियंट विच मीनस नो स्टेज कैन बी स्किप्ड। सो बिल्कुल राइट ऑप्शन है, पियाजे ये गल कहते हैं, यह राइट आंसर अपना। ठीक है जी, पियाजे ने गल कही है भी जोड़ा बच्चा है हर एक स्टेज के विचों लंघ के गुजरता है, वो किसी भी स्टेज को स्किप नहीं कर सकता। कोई भी ऐसी स्टेज नहीं जिन्होंने स्किप करके अगले पड़ाव पर पहुँचे। ठीक है जी, उसे है कि अपनी राइट ऑप्शन। नैक्सट है अ चाइल्ड हैज़ डिवेल्प्ड एबिलिटी टू सॉर्ट द थिंग्स ऑन द बेसिस ऑफ देयर फिजिकल प्रॉपर्टीज़। सो एक बच्चा है वो चीज़ों, ठीक है जी, चीज़ों वो फिजिकल प्रॉपर्टीज़ के अकॉर्डिंग सीरियल के विच लगा सकता है। ठीक है जी, लगा लेंदा वो फिजिकल प्रॉपर्टीज़ के अकॉर्डिंग। एंड फिजिकल प्रॉपर्टीज़ की गल की है, यानी कि वो कंक्रीट वस्तुओं ही लगा सकते, यानी कि जिन्होंने वो देख सकता है, टच कर सकता है। Next है the child can perform rather complex operations also on problems as long as the problems are not abstract। तो प्रॉब्लम्स ਨੂੰ भी सॉल्व कर लेता है, कॉम्पलैक्स ऑपरेशनस ਨੂੰ भी कर लेता है, बट वो उन्होंने ही प्रॉब्लम्स ਨੂੰ सॉल्व करेगा ਜਿਹੜੇ कि एब्सट्रैक्ट नहीं हैं। ठीक है जी, एब्सट्रैक्ट नहीं हैं उन्होंने नहीं करेगा, बल्कि इन्हों करेगा कंक्रीट ਨੂੰ करेगा। एब्सट्रैक्ट के विच किहड़ियां आ जांदियां ने अमूर्त, जिवें साडे आइडियाज़ हो गए, जिन्हें वो एब्सट्रैक्ट थिंकिंग आ जाती है, जिससे वो चीज़ां जिन्होंने असीं सिर्फ और सिर्फ थिंक कर सकते हैं, उन्होंने असीं जोड़ा है रियल वर्ल्ड के विच वो कंक्रीट नहीं है ऑबजैक्ट्स, जिन्होंने असीं देख नहीं सकते और टच जोड़ा है नहीं कर सकते।
सो वो की कहते एबस्ट्रैक्ट के विच तो एबस्ट्रैक्ट बिल्कुल नहीं है। वो कि स्टेज है वो तुसीं जिहड़ी हैगी दसनी है। फिजिकल प्रॉपर्टीज़ के अकॉर्डिंग वो जिहड़ियां चीज़ां नूं सॉर्ट आउट कर सकता है। सो इस दे विच राइट ऑप्शन अपने कोल हो जाएगी कंक्रीट ऑपरेशनल स्टेज, क्योंकि कल भी असी पढ़िया सी कंक्रीट ऑपरेशनल स्टेज के विच जिहड़ा बच्चा है वो जिहड़ी कंक्रीट ऑपरेशनल स्टेज के विच जिहड़ा टीचर्स नूं कहंदा भी वो वध तो वध जिहड़े रीयल ऑबजैक्ट्स ने जिन्हां नूं बच्चा टच कर सकता है उन्होंने चीज़ों के नाल बच्चे नूं सिखाया जाए। ठीक है जी। सो कंक्रीट ऑपरेशनल स्टेज इज़ दी राइट ऑप्शन है। सो काफ़ी अच्छे क्वेश्चंस ने, काफ़ी अच्छे लैवल के क्वेश्चंस ने, है ना जी। एवें उठाए हुए अपने को बनाए हुए क्वेश्चंस नहीं है, प्रीवियस क्वेश्चंस ने जिहड़े कि काफ़ी इंपॉर्टेंट ने थोड़ी अंडरस्टैंडिंग नूं बैटर करके। नैक्सट है विच ऑफ द फॉलोइंग स्टेटमेंट इज़ नॉट ट्रू। सो ध्यान दे नाल देखो भी जिहड़ी ट्रू नहीं है वो आपां ने लभनी है। जीन पियाजे की थ्योरी के अकॉर्डिंग किहड़ी ट्रू स्टेटमेंट नहीं है। सो अपने को फर्स्ट है इट बिलीव्स दैट डिवेलपमेंट इज़ डिसकॉन्टीन्यूअस प्रोसैस। सो पियाजे के अकॉर्डिंग विकास जोड़ा है लगातार निरंतर प्रक्रिया नहीं है। नैक्सट है इट अज्यूम दैट चिल्ड्रन लर्न थ्रू एसिमिलेशन एंड अकोमोडेशन। सो ये अज्यूम करता भी जो चिल्ड्रन ने एसिमिलेशन तो अकोमोडेशन के अकॉर्डिंग ही सीखते हैं। सो बिल्कुल राइट ऑप्शन है। सॉरी ऑप्शन राइट नहीं है, अगे भी ऑप्शन आप रेड करना। सो ये स्टेटमेंट जी बिल्कुल राइट है। एसिमिलेशन तो अकोमोडेशन की गल जीन पियाजे अपनी थ्योरी के कर चुके हैं, जिन्होंने असी कल डिस्कस भी किया है ब्रीफ के। एसिमिलेशन तो अकोमोडेशन की होंगे, इन्होंने काफ़ी ज़्यादा बच्चों जो है कन्फ्यूजन होंगी। कल के असी जो डिस्कस किया, मैं लिंक डिस्क्रिप्शन बॉक्स दे देंगी, तुम एक बार जरूर उन्होंने देख लेना। नैक्सट है इट बिलीव्स दैट डिवेलपमेंट इज़ कॉन्टीन्यूअस प्रोसैस। सो ये मनते हैं भी जी डिवेलपमेंट है वो कॉन्टीन्यूअस प्रोसैस है। नैक्सट है इट बिलीव्स दैट कोगनेटिव डिवेलपमेंट टेक प्लेस इन 4 डिफरेंट स्टेजेस। सो ये बिल्कुल सही है भी जी डिवेलपमेंट है वो की है 4 स्टेजेस के विच हुंदा है। सो इस अपने को राइट ऑप्शन होएगी ऑप्शन नंबर 3। ठीक है जी। ऑप्शन नंबर 3 जी है बिल्कुल राइट ऑप्शन है, क्योंकि नॉट ट्रू पूछा है। सो पियाजे के अकॉर्डिंग जो विकास है वो कि डिसकॉन्टीन्यूअस प्रोसैस है। बाकी सारे कहते हैं भी जो डिवेलपमेंट है वो हमेशा चलती रहती है, कॉन्टीन्यूअस प्रोसैस है। बट यह एक इंपॉर्टेंट पॉइंट है जिसमें याद रखना बहुत जरूरी है। सिर्फ जीन ही पियाजे ऐसे एक ऐसे साइकोलॉजिस्ट नहीं है ना जी, फिलोसफर ने जोड़े कहते हैं डिवेलपमेंट एक डिसकॉन्टीन्यूअस प्रोसैस है। ठीक है जी। सो राइट ऑप्शन अपनी यही बनती है। नैक्सट है सो जो प्रिंसिपल्स ऑफ डिवेलपमेंट है वो भी आप इस चैनल पर अपलोड किए हुए हैं, वो भी तुम जो है देख सकते हो। सो नैक्सट है द साइकोलॉजिस्ट हू डिफाइंड मॉरल डिवेलपमेंट। सो मॉरल डिवेलपमेंट की थ्योरी भी पियाजे के द्वारा जी दी गई है। सो जिसनों असी आने वाले टाइम के जो डिस्कस करांगे। सो इस राइट ऑप्शन है पियाजे। पैवलव तो मैकडोगल दी जोड़ियाँ थ्योरीज ने वो भी असी आने वाले टाइम के डिस्कस करनी। ठीक है जी। पैवलव तो मैकडोगल की बिहेवियरिज्म्स में बिलोंग करते थे। सो पियाजे जोड़े सी कंस्ट्रक्टिविस्ट से। ठीक है जी। जोड़े कहते सी जोड़े बच्चे ने अपनी ज्ञान का निर्माण खुद करते हैं। एंड अपने को नैक्सट क्वेश्चन है इन पियाजे थ्योरी अ प्रोसैस विच इज़ द बैलेंसिंग एक्ट बिटवीन द ओल्ड एंड द न्यू, बिटवीन परसैप्शन एंड एक्सपीरियंस। सो मैं थोड़ा कल भी दसिया सी बैलेंसिंग एक्ट है। बैलेंसिंग एक्ट किसनों कहा जाता है? इक्विलिब्रेशन। इक्विलिब्रेशन की होंदा बेसिकली जो बच्चा संतुलन की अवस्था के होंदा है, जो तक वो अगे सिचुएशन नहीं आई होती, सो उसमें अपना की बोल जाता है इक्विलिब्रेशन, बैलेंसिंग एक्ट। फर्स्ट स्टेज कि है कोगनेटिव डिवेलपमेंट की, सो अपने को पता ही है। फर्स्ट स्टेज अपने को हैगी सेंसरी मोटर, जिस जो बच्चा है सेंसिस के थ्रू सीखता है। 0 to 2 ईयर के होंदा, और इस स्टेज के ऑब्जैक्ट परमानेंस भी आ जाता है। ठीक है जी। ये भी पूछा जाता है ऑब्जैक्ट परमानेंस की स्टेज ऑप्शन 3। नैक्सट है विच ऑफ द फॉलोइंग बिहेवियर करैक्टराइज द कंक्रीट ऑपरेशनल स्टेज। सो आपने दसना है 4 ऑप्शनस ने अपने को, इन्हों कंक्रीट ऑपरेशनल स्टेज के चीज़ होंगी है। ठीक है जी। कि जी विशेषता है कंक्रीट ऑपरेशनल स्टेज की। सो फर्स्ट ऑप्शन आप गल करते हैं हाइपोथैटिकल डिडक्शन रीजनिंग एंड प्रपोजिशनल थॉट्स। सो ये जी चीज़ा ने है ना हाइपोथैटिकल डिडक्शन रीजनिंग ते पोजिशनल थॉट्स, ये अपने को आते हैं 4th स्टेज फॉर्मल के। फॉर्मल ऑपरेशन स्टेज है उस दोनों अवस्थावां आदि ने। इस की होंगे जो बच्चा है करिकुलम
ਕਲਪਨਾਵਾਂ ਸ਼ੁਰੂ ਕਰ ਦਿੰਦਾ, ਐਬਸਟਰੈਕਟ ਥਿੰਕਿੰਗ ਆ ਜਾਂਦੀ ਹੈ, ਆਹ ਹੋਰ ਵੀ ਜਿਹੜੀਆਂ ਵਸਤੂਆਂ ਨੇ ਜਿਹਨਾਂ ਨੂੰ ਉਹ ਟੱਚ ਨਹੀਂ ਕਰ ਸਕਦਾ ਉਹਨਾਂ ਬਾਰੇ ਜਿਹੜਾ ਸੋਚਣਾ ਸ਼ੁਰੂ ਕਰ ਦਿੰਦਾ ਹੈ, ਆ ਦੂਜੇ ਦੇ ਪਰਸਪੈਕਟਿਵ ਨੂੰ ਸਮਝਣਾ ਵੀ ਸ਼ੁਰੂ ਕਰ ਦਿੰਦਾ ਹੈ। ਨੈਕਸਟ ਆਪਣੇ ਕੋਲ ਆ ਜਾਂਦੀ ਹੈ ਕੰਜ਼ਰਵੇਸ਼ਨ ਐਂਡ ਕਲਾਸ ਇਨਕਲੂਜ਼ਨ। ਕੰਜ਼ਰਵੇਸ਼ਨ ਅਤੇ ਕਲਾਸ ਇਨਕਲੂਜ਼ਨ, ਕੰਜ਼ਰਵੇਸ਼ਨ ਕਰਨਾ ਸ਼ੁਰੂ ਕਰ ਦਿੰਦਾ ਹੈ, ਯਾਨੀ ਕਿ ਸੰਰਖਿਅਨ ਆ ਜਾਂਦਾ ਉਸ ਦੇ ਵਿੱਚ ਚੀਜ਼ਾਂ ਨੂੰ, ਜਿਹੜਾ ਏਰੀਆ ਵੋਲੀਅਮ ਜੋ ਪੈਰੀਮੀਟਰ ਹੈ ਇਹਨਾਂ ਦੇ ਵਿੱਚ ਜਿਹੜਾ ਹੈਗਾ ਡਿਫਰੈਂਸ ਉਸ ਨੂੰ ਪਤਾ ਚੱਲ ਜਾਂਦਾ ਹੈ। ਸੋ ਇਹ ਹੈ ਆਪਣੇ ਕੋਲ ਰਾਈਟ ਆਪਸ਼ਨ, ਯਾਨੀ ਕਿ ਕੰਕਰੀਟ ਆਪਰੇਸ਼ਨ ਦੇ ਵਿੱਚ ਆਉਣਾ ਰਾਈਟ ਆਪਸ਼ਨ ਹੈ। ਨੈਕਸਟ ਹੈ ਡੈਫਰਡ ਇਮੀਟੇਸ਼ਨ ਐਂਡ ਆਬਜੈਕਟ ਪਰਮਾਨੈਂਸ। ਇਹ ਮੈਂ ਆਬਜੈਕਟ ਪਰਮਾਨੈਂਸ ਹੁਣੇ ਦੱਸ ਕੇ ਛੱਡੀਆਂ, ਇਹ ਆਪਣਾ ਆਉਂਦਾ ਸੈਂਸਰੀ ਮੋਟਰ ਸਟੇਜ ਦੇ ਵਿੱਚ। ਉਸ ਤੋਂ ਬਾਅਦ ਮੇਕ ਬਲੀਫ ਪਲੇ ਐਂਡ ਇਰੀਵਰਸਿਬਿਲਿਟੀ ਆਫ ਥਾਟਸ। ਇਰੀਵਰਸਿਬਿਲਿਟੀ ਆਫ ਥਾਟਸ ਯਾਨੀ ਕਿ ਉਹ ਜਿਹੜਾ ਚੀਜ਼ਾਂ ਨੂੰ ਰਿਵਰਸ ਨਹੀਂ ਕਰ ਪਾਉਂਦਾ, ਜਿਵੇਂ 2 × 5 10 ਹੈ, ਸੋ 5 × 2 ਨਹੀਂ ਕਰ ਪਾਏਗਾ। ਸੋ ਇਹ ਆਪਣੇ ਕੋਲ ਆਉਂਦਾ ਹੈ ਪ੍ਰੀ ਆਪਰੇਸ਼ਨ ਸਟੇਜ ਦੇ ਵਿੱਚ। ਸੋ ਆਪਣੇ ਕੋਲ ਰਾਈਟ ਆਪਸ਼ਨ ਕਿਹੜੀ ਬਣਦੀ ਹੈ? ਰਾਈਟ ਆਪਸ਼ਨ ਬਣਦੀ ਹੈ ਆਪਸ਼ਨ ਨੰਬਰ 3rd, ਨਹੀਂ ਸੌਰੀ ਸੈਕਿੰਡ, ਕੰਕਰੀਟ ਆਪਰੇਸ਼ਨਲ ਸਟੇਜ ਐਂਡ ਕਲਾਸ ਇਨਕਲੂਜ਼ਨ। ਇਹ ਆਉਂਦਾ ਹੈ ਆਪਣੇ ਕੋਲ ਕੰਕਰੀਟ ਆਪਰੇਸ਼ਨ ਸਟੇਜ ਦੇ ਵਿੱਚ। ਇੱਕ ਵਾਰ ਦੁਬਾਰਾ ਦੱਸਦੀ ਹਾਂ, ਇਹ ਹੈ ਕਿ ਆਪਣੀ ਰਾਈਟ ਆਪਸ਼ਨ। ਨੈਕਸਟ ਹੈ ਐਬਿਲਿਟੀ ਦੈਟ ਕਮਸ ਇਨ ਪ੍ਰੀ ਆਪਰੇਸ਼ਨ ਸਟੇਜ। ਇਹਨਾਂ 'ਚੋਂ ਕਿਹੜੀ ਹੈਗੀ ਜਿਹੜੀ ਪ੍ਰੀ ਆਪਰੇਸ਼ਨ ਸਟੇਜ ਦੇ ਵਿੱਚ ਆਉਂਦੀ ਹੈ? ਲਾਸਟ ਤੋਂ ਆਪਾਂ ਸ਼ੁਰੂ ਕਰਦੇ ਹਾਂ। ਐਬਸਟਰੈਕਟ ਥਿੰਕਿੰਗ ਆਉਂਦੀ ਹੈ ਫਾਰਮਲ ਸਟੇਜ ਦੇ ਵਿੱਚ, ਹੁਣੇ ਦੱਸ ਕੇ ਹਟੀ ਹਾਂ। ਹਾਈਪੋਥੈਟਿਕਲ ਥਿੰਕਿੰਗ ਯਾਨੀ ਕਿ ਜਿਹੜਾ ਪਰਿਕਲਪਨਾਵਾਂ ਕਰਨਾ ਉਹ ਵੀ ਫਾਰਮਲ ਆਪਰੇਸ਼ਨ ਸਟੇਜ ਦੇ ਵਿੱਚ ਆਏਗੀ। ਦੂਜਿਆਂ ਦੇ ਪਰਸਪੈਕਟਿਵ ਨੂੰ ਸਮਝਣਾ ਇਹ ਜਿਹੜਾ ਹੈਗਾ ਹੈ ਇਹ ਵੀ ਫਾਰਮਲ ਆਪਰੇਸ਼ਨ ਸਟੇਜ ਦੇ ਵਿੱਚ ਹੀ ਆਊਗਾ। ਸੋ ਆਪਣੇ ਕੋਲ ਇੱਕੋ ਹੀ ਆਪਸ਼ਨ ਜਿਹੜੀ ਬਣਦੀ ਹੈ ਗੋਲ ਡਾਇਰੈਕਟਡ ਬਿਹੇਵੀਅਰ ਕਰਨਾ, ਦੂਜਿਆਂ ਦੇ ਪਰਸਪੈਕਟਿਵ ਨੂੰ ਸਮਝ ਨਹੀਂ ਪਾਉਂਦਾ, ਉਹ ਆਉਂਦਾ ਪ੍ਰੀ ਆਪਰੇਸ਼ਨ ਸਟੇਜ ਦੇ ਵਿੱਚ। ਸੋ ਆਪਣੇ ਕੋਲ ਰਾਈਟ ਆਪਸ਼ਨ ਹੈ ਐਬਿਲਿਟੀ ਆਫ ਗੋਲ ਡਾਇਰੈਕਟਡ ਬਿਹੇਵੀਅਰ। ਸੋ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਕੰਸਟਰਕਟਿਵਿਜ਼ਮ ਥਿਊਰੀ ਵਾਸ ਪ੍ਰੋਪਾਉਂਡਡ ਬਾय। ਕੰਸਟਰਕਟਿਵਿਜ਼ਮ ਥਿਊਰੀ ਜਿਹੜੀ ਹੈ ਆਪਾਂ ਨੂੰ ਪਤਾ ਹੈ ਪਿਆਜੇ ਦੁਆਰਾ ਦਿੱਤੀ ਗਈ ਹੈ, ਠੀਕ ਹੈ ਜੀ। ਸੋ ਚੋਮਸਕੀ ਹੋ ਗਏ, ਵੈਗੋਸਕੀ ਅਤੇ ਟਰਮਨ, ਇਹਨਾਂ ਦੀ ਥਿਊਰੀਜ਼ ਵੀ ਅਸੀਂ ਆਉਣ ਵਾਲੇ ਟਾਈਮ 'ਚ ਡਿਸਕਸ ਕਰਾਂਗੇ। ਕਾਫੀ ਇੰਪੋਰਟੈਂਟ ਥਿਊਰੀਜ਼ ਨੇ ਇਹਨਾਂ ਦੀਆਂ ਵੀ, ਠੀਕ ਹੈ ਜੀ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰਕੇ ਜਾਣਾ ਹੈ, ਠੀਕ ਹੈ ਜੀ। ਲਾਈਕ ਦੇ ਨਾਲ ਕੀ ਹੋਏਗਾ, ਮੈਨੂੰ ਮੋਟੀਵੇਸ਼ਨ ਹੋਊਗਾ ਅਤੇ ਮੈਨੂੰ ਵੀ ਪਤਾ ਚੱਲ ਜਾਊਗਾ ਵੀ ਬਾਕੀ ਤੁਹਾਡੇ ਲਈ ਵੀਡੀਓਜ਼ ਹੈਲਪਫੁਲ ਹੋ ਰਹੀ ਹੈ। ਐਂਡ ਅਗਰ ਤੁਸੀਂ ਚਾਹੁੰਦੇ ਹੋ ਕਿ ਥੋੜ੍ਹਾ ਜਿਹਾ ਹੋਰ ਇਸ ਵਿੱਚ ਇੰਪਰੂਵਮੈਂਟ ਦੀ ਲੋੜ ਹੈ ਤਾਂ ਮੈਨੂੰ ਦੱਸ ਕੇ ਜਾਇਓ ਕਿ ਕਿਸ ਚੀਜ਼ ਨੂੰ ਜਿਹੜਾ ਇੰਪਰੂਵ ਕੀਤਾ ਜਾਵੇ। ਨੈਕਸਟ ਹੈ ਅਕੋਰਡਿੰਗ ਟੂ ਜੀਨ ਪਿਆਜੇ ਦੇ ਅਨੁਸਾਰ ਹਾਈਪੋਥੀਟਿਕਟਿਵ ਰੀਜ਼ਨਿੰਗ ਕਿਸ ਸਟੇਜ ਦੇ ਵਿੱਚ ਆ ਜਾਂਦੀ ਹੈ? ਸੋ ਇਹ ਤਾਂ ਤੁਹਾਨੂੰ ਉਹਨਾਂ ਨੂੰ ਪਤਾ ਚੱਲ ਹੀ ਗਿਆ ਹੋਣਾ ਵੀ ਹਾਈਪੋਥੈਟਿਕੋ ਡਿਡਕਟਿਵ ਰੀਜ਼ਨਿੰਗ ਕਿਸ ਸਟੇਜ ਦੇ ਵਿੱਚ ਆਉਂਦੀ ਹੈ? ਫਾਰਮਲ ਆਪਰੇਸ਼ਨ ਸਟੇਜ ਦੇ ਵਿੱਚ। ਫਾਰਮਲ ਆਪਰੇਸ਼ਨ ਸਟੇਜ ਜਿਹੜੀ ਕਿ ਐਡੋਲੈਸੈਂਸ ਤੋਂ ਲੈ ਕੇ ਅਡਲਟਹੁੱਡ ਤੱਕ ਚੱਲਦੀ ਹੈ, ਠੀਕ ਹੈ ਜੀ। ਸੋ ਰਾਈਟ ਆਪਸ਼ਨ ਹੈ ਫਾਰਮਲ ਆਪਰੇਸ਼ਨਲ ਸਟੇਜ। ਨੈਕਸਟ ਆਪਣੇ ਕੋਲ ਕੁਐਸਚਨ ਹੈ ਐਟ ਦੀ ਏਜ ਆਫ ਡੈਸ਼ ਵਿਜ਼ੂਅਲ ਐਂਡ ਆਡੀਟਰੀ ਸੈਂਸ ਡਿਵੈਲਪਮੈਂਟ ਇਜ਼ ਆਲਸੋ ਕੰਪਲੀਟ। ਸੋ ਵਿਜ਼ੂਅਲ ਅਤੇ ਆਡੀਟਰੀ, ਠੀਕ ਹੈ ਜੀ, ਦੇਖਣ ਅਤੇ ਸੁਣਨ ਦੀ ਜਿਹੜੀ ਸੈਂਸ ਹੈ ਉਹ ਕਿਹੜੇ ਸਾਲ ਦੇ ਵਿੱਚ ਬਿਲਕੁਲ ਕੰਪਲੀਟ ਹੋ ਚੁੱਕੀ ਹੁੰਦੀ ਹੈ? ਸੋ ਉਹ ਹੋ ਚੁੱਕੀ ਹੁੰਦੀ ਹੈ 8 ਤੋਂ 9 ਸਾਲ ਦੇ ਵਿਚਕਾਰ, ਜਦੋਂ 8 ਤੋਂ 9 ਸਾਲ ਦਾ ਬੱਚਾ ਹੋ ਜਾਂਦਾ ਵਿਜ਼ੂਅਲ ਅਤੇ ਆਡੀਟਰੀ ਸੈਂਸ ਜਿਹੜੀ ਹੈ ਬਿਲਕੁਲ ਪੂਰੀ ਤਰ੍ਹਾਂ ਕੰਪਲੀਟਲੀ ਡਿਵੈਲਪ ਹੋ ਚੁੱਕੀ ਹੁੰਦੀ ਹੈ। ਸੋ ਆਪਣੇ ਕੋਲ ਕੁਐਸਚਨ ਪਏ ਹੈ ਹਲੇ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਹੈਗਾ ਮੀਨਿੰਗ ਆਫ ਸਕੀਮਾ। ਸਕੀਮਾ ਦਾ ਕੀ ਮਤਲਬ ਹੈ? ਸਕੀਮਾ ਕੀ ਹੈ? ऑर्गेनाइज्ड पैकेट्स ऑफ इंफॉर्मेशन स्टोर्ड इन लॉन्ग टर्म मैमरी, ठीक है जी। इन्फॉर्मेशन के पैकेट्स ने एक ऑर्गेनाइज फॉर्म के लॉन्ग टर्म मैमरी के सेव ने उसनों की बोलिया जाता है स्कीमा। स्कीमा ने बिल्डिंग ब्लॉक्स भी कहा जाता है, एक मैंटल स्ट्रक्चर टर्म भी यूज़ की जाती है। सो स्कीमा ने की कहा जाता है मैंटल स्ट्रक्चर, की कहा जाता है बिल्डिंग ब्लॉक्स ऑफ नॉलेज एंड एक और है ऑर्गेनाइज्ड पैकेट ऑफ इंफॉर्मेशन स्टोर्ड इन लॉन्ग टर्म मैमरी, ठीक है चीज़ होगी अपनी राइट ऑप्शन। नैक्सट अपने को क्वेश्चन है सीक्वेंस ऑफ डिवेलपमेंट अमंग चिल्ड्रन फ्रॉम बर्थ टू एडोलसेंस। बर्थ तो लैके एडोलसेंस तक कि स्ट्रक्चर जो है फॉलो किया जाता है राइट ऑप्शन के। सो इसको मैं तुम्हें थोड़ा जिहा टाइम देनी है, तुम मैंने खुद दसो, ठीक है। 15 सैकेंड का तुहाडे कोल टाइम है, तुम दसना इन्होंने जो कि ऑप्शन राइट है। सही क्वेश्चन जो थोड़ा डिसाइड कर दूँगी कि थोड़ा प्याज की थ्योरी किन्नी कुछ समझ आई है, ठीक है जी। सो तुम अपना आंसर जो है दसो मैनू या फिर कमेंट करो। वीडियो पसंद आ रही है तो लाइक जरूर करके जाओ प्लीज़। नैक्सट थ्योरी कि टॉपिक पर बनाई है वाइगोस्की की, टर्मन की या फिर कोई होर जोड़ा है साइकोलॉजिस्ट तुम चाहते हो उसी थ्योरी आप करवाएंगे चैनल पर।
ਸੋ ਇਸ ਦੇ ਵਿੱਚ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ 4th। ਸੋ ਜਿਨ੍ਹਾਂ ਨੇ ਆਹੀ ਆਪਸ਼ਨ ਸੋਚੇ ਸੀ ਨਾ ਉਹਨਾਂ ਦਾ ਬਿਲਕੁਲ ਸਹੀ ਹੈ, ਉਹਨਾਂ ਨੂੰ ਥਿਊਰੀ ਇੱਕਦਮ ਸਮਝ ਆ ਵੀ ਚੁੱਕੀ ਹੈ ਪਿਆਜੇ ਦੀ। ਠੀਕ ਹੈ ਜੀ। ਸੋ ਇਹ ਕਿਉਂ ਕੁਐਸਚਨ ਜਿਹੜਾ ਸਹੀ ਹੈ, ਸੋ ਆਪਣੀ ਫਸਟ ਸਟੇਜ ਵੀ ਆਹੀ ਆ ਸੈਂਸਰੀ ਮੋਟਰ ਸਟੇਜ, ਕਿਉਂਕਿ ਜਿਹੜਾ ਬੱਚਾ ਜਿਹੜਾ ਬਰਥ ਹੋਇਆ ਹੁੰਦਾ ਤਾਂ ਉਹ ਆਪਣੇ ਸੈਂਸਿਸ ਦੇ ਥਰੂ ਹੀ ਸਿੱਖਦਾ। ਉਸਦੇ ਕੋਲ ਕੁਝ ਰਿਫਲੈਕਸ ਐਕਸ਼ਨਸ ਹੁੰਦੇ ਨੇ, ਆਪਣੇ ਸੈਂਸਿਸ ਦੇ ਥਰੂ ਜਿਹੜਾ ਆਪਣੀ ਗੱਲ ਤੁਹਾਡੇ ਤੱਕ ਸਮਝਾਉਣ ਦੀ ਕੋਸ਼ਿਸ਼ ਕਰਦਾ ਆ। ਆਪਣੇ ਵਰਲਡ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਇੰਟਰੈਕਟ ਕਰਦਾ ਆ, ਰੋਕ ਕੇ ਜਾਂ ਫਿਰ ਹੱਥ ਪੈਰ ਮਾਰ ਕੇ ਆਪਣੇ ਸੈਂਸਿਸ ਦੇ ਥਰੂ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਕੰਕਰੀਟ। ਉਸ ਤੋਂ ਬਾਅਦ ਜਿਵੇਂ ਜਿਵੇਂ ਉਹਨੂੰ ਲੈਂਗੁਏਜ ਡਿਵੈਲਪਮੈਂਟ ਜਿਹੜੀ ਸਟਾਰਟ ਹੋ ਜਾਂਦੀ ਹੈ ਐਂਡ ਕੰਕਰੀਟ ਆਬਜੈਕਟਸ ਜਿਹੜੇ ਉਹਨੂੰ ਚੀਜ਼ਾਂ ਨੂੰ ਹੱਥ ਦੇ ਵਿੱਚ ਫੜ ਕੇ ਦੇਖਦਾ ਆ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿਹੜੀ ਚੀਜ਼ ਨੂੰ ਖਾ ਸਕਦੇ, ਕਿਹੜੀ ਨੂੰ ਨਹੀਂ ਖਾ ਸਕਦੇ। ਠੀਕ ਹੈ ਜੀ। ਉਹ ਕੀ ਕੰਕਰੀਟ ਚੀਜ਼ਾਂ ਦੇ ਵਿੱਚ ਆ ਜਾਂਦਾ। ਉਸ ਤੋਂ ਬਾਅਦ ਐਬਸਟਰੈਕਟ ਥਿੰਕਿੰਗ ਆ ਜਾਂਦੀ ਹੈ, ਉਹ ਚੀਜ਼ਾਂ ਜਿਹਨੂੰ ਅਸੀਂ ਟੱਚ ਨਹੀਂ ਕਰ ਸਕਦੇ ਹੈਗੇ, ਉਹਨਾਂ ਨੂੰ ਸੋਚਣਾ ਹੈ ਨਾ, ਥਿੰਕ ਕਰਨਾ, ਆਈਡੀਆਜ਼ ਹੋ ਗਏ, ਉਹ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹ ਇੱਕ ਸੀਕੁਐਂਸ ਹੈ ਬਰਥ ਤੋਂ ਲੈ ਕੇ ਐਡੋਲੈਸੈਂਸ ਤੱਕ। ਠੀਕ ਹੈ ਜੀ। ਸੋ 4th ਆਪਸ਼ਨ ਆਪਣੀ ਬਿਲਕੁਲ ਰਾਈਟ ਸੀ। ਨੈਕਸਟ ਆਪਣੇ ਕੋਲ ਹੈ ਇੱਕ ਚੀਜ਼ ਹੋਰ, ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਿਛਲੇ ਚੜਾਇਆ ਸੀਗਾ ਮੈਚੋਰਿਟੀ ਦੇ ਬਾਰੇ ਵੀ ਜਿਹੜਾ ਹੈਗਾ ਪਿਆਜੇ ਨੇ ਗੱਲ ਕੀਤੀ ਹੈ ਵੀ ਜਿਹੜੇ ਬੱਚੇ ਨੇ, ਠੀਕ ਹੈ ਜੀ, ਉਹ ਕਿਸ ਤਰੀਕੇ ਦੇ ਨਾਲ ਸਿੱਖਦੇ ਨੇ। ਜਿਵੇਂ ਜਿਵੇਂ ਮੈਚੋਰਿਟੀ ਆਉਂਦੀ ਜਾਏਗੀ ਉਸੇ ਪ੍ਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਲਰਨਿੰਗ ਵੀ ਹੁੰਦੀ ਰਹੇਗੀ। ਠੀਕ ਹੈ ਜੀ। ਸੋ ਬਾਇਓਲੋਜੀਕਲ ਮੈਚੋਰਿਟੀ ਦੀ ਗੱਲ ਵੀ ਪਿਆਜੇ ਕਰਦੇ ਨੇ। Cognitive development is a process that occur through biological maturity and interaction with the world। ਸੋ ਪਿਆਜੇ ਨੇ ਇਹ ਗੱਲ ਕਹੀ ਆ ਵੀ ਜਿਹੜਾ ਗਿਆਨਾਤਮਕ ਦਾ ਜਿਹੜਾ ਵਿਕਾਸ ਹੈ ਉਹ ਪਰਿਪੱਕਤਾ ਅਤੇ ਆਪਣੇ ਆਲੇ ਦੁਆਲੇ ਦੇ ਨਾਲ ਇੰਟਰੈਕਸ਼ਨ ਪ੍ਰਤੀਕਿਰਿਆ ਦੇ ਨਾਲ ਹੀ ਗਿਆਨਾਤਮਕ ਵਿਕਾਸ ਹੁੰਦਾ ਹੈ। ਠੀਕ ਹੈ ਜੀ। ਫਸਟ ਉਹਨਾਂ ਨੇ ਕੀ ਕਿਹਾ ਬਾਇਓਲੋਜੀਕਲ ਮੈਚੋਰਿਟੀ, ਦੂਜਾ ਹੈਗਾ ਆਪਣੇ ਇਨਵਾਇਰਮੈਂਟ ਦੇ ਨਾਲ ਇੰਟਰੈਕਸ਼ਨ ਕਰਨ ਦੇ ਨਾਲ ਬੱਚੇ ਦਾ ਗਿਆਨਾਤਮਕ ਵਿਕਾਸ ਹੁੰਦਾ ਹੈ। ਸੋ ਆਪਣੇ ਕੋਲ ਨੈਕਸਟ ਕੁਐਸਚਨ ਹੈ dash use children as active builder of knowledge and little scientists who construct their own theories of the world। ਸੋ ਪਿਆਜੇ ਨੇ ਕੀ ਕਿਹਾ ਬੱਚਿਆਂ ਨੂੰ ਇੱਕ ਐਕਟਿਵ ਬਿਲਡਰ ਆਫ ਨੌਲੇਜ ਕਿਹਾ, ਦੂਜਾ ਲਿਟਲ ਸਾਇੰਟਿਸਟ ਕਿਹਾ, ਬੱਚੇ ਜਿਹੜੇ ਆਪਣੇ ਗਿਆਨ ਦਾ ਨਿਰਮਾਣ ਖੁਦ ਕਰ ਸਕਦੇ ਨੇ। ਲਿਟਲ ਸਾਇੰਟਿਸਟ ਟਰਮ ਜਿਹੜੀ ਉਹਨਾਂ ਵਾਸਤੇ ਯੂਜ਼ ਕੀਤੀ ਹੈ ਪਿਆਜੇ ਨੇ। ਠੀਕ ਹੈ ਜੀ। ਲਾਸਟ ਕੁਐਸਚਨ ਹੈ ਆਪਣੇ ਕੋਲ ਦ ਕੰਸੈਪਟ ਆਫ ਆਬਜੈਕਟ ਪਰਮਾਨੈਂਸ ਇਟ ਅਟੇਨ ਡਿਊਰਿੰਗ ਪਿਆਜੇ ਡੈਸ਼ ਸਟੇਜ ਆਫ ਡਿਵੈਲਪਮੈਂਟ। ਆਬਜੈਕਟ ਪਰਮਾਨੈਂਸ ਦੀ ਜਿਹੜੀ ਸਟੇਜ ਹੈ, ਆਬਜੈਕਟ ਪਰਮਾਨੈਂਸ ਕੀ ਹੁੰਦਾ ਹੈ ਮੈਂ ਤੁਹਾਨੂੰ ਪੁਰਾਣੀ ਵੀਡੀਓ ਦੇ ਵਿੱਚ ਦੱਸ ਚੁੱਕੀ ਹਾਂ, ਥੋੜ੍ਹਾ ਤੁਹਾਨੂੰ ਦੱਸ ਦਿੰਦੀ ਹਾਂ। ਜਿਵੇਂ ਕਿ ਇੱਕ ਬੱਚਾ ਹੈਗਾ, ਠੀਕ ਹੈ, ਉਹਨੂੰ ਆਪਾਂ ਕੋਈ ਵੀ ਚੀਜ਼ ਉਹਦੇ ਸਾਹਮਣੇ ਉਸ ਤੋਂ ਖੋਹ ਕੇ ਲੁਕੋ ਦਿੰਦੇ ਹਾਂ, ਤਾਂ ਅਗਰ ਉਹ ਬੱਚਾ ਨਹੀਂ ਰੋਂਦਾ ਵੀ ਹਾਂ ਵੀ ਇਹ ਚੀਜ਼ ਐਗਜ਼ਿਸਟ ਨਹੀਂ ਕਰਦੀ, ਉਸ ਤੋਂ ਖੋਹ ਲਈ ਗਈ ਹੈ, ਸੋ ਉਸ ਨੂੰ ਆਪਾਂ ਕੀ ਕਰਾਂਗੇ ਆਬਜੈਕਟ ਪਰਮਾਨੈਂਸ ਹੈ ਅਟੇਨ ਨਹੀਂ ਹੋਇਆ। ਠੀਕ ਹੈ ਜੀ। ਬਟ ਜਦੋਂ ਬੱਚਾ ਸਮਝਣਾ ਸ਼ੁਰੂ ਕਰ ਦਿੰਦਾ ਹੈ ਅਗਰ ਕਿਸੇ ਨੇ ਮੇਰੇ ਤੋਂ ਕੋਈ ਚੀਜ਼ ਖੋਹੀ ਤਾਂ ਐਗਜ਼ਿਸਟ ਜ਼ਰੂਰ ਕਰਦੀ ਹੈ, ਰੋਣੀ ਸ਼ੁਰੂ ਕਰ ਦਿੰਦਾ, ਜਿੱਦ ਕਰਨੀ ਸ਼ੁਰੂ ਕਰ ਦਿੰਦਾ ਕਿ ਮੈਨੂੰ ਉਹ ਚੀਜ਼ ਚਾਹੀਦੀ ਹੈ। ਸੋ ਉਸ ਅਵਸਥਾ ਨੂੰ ਆਪਾਂ ਕੀ ਬੋਲਦੇ ਹਾਂ ਆਬਜੈਕਟ ਪਰਮਾਨੈਂਸ, ਯਾਨੀ ਕਿ ਉਹਨੂੰ ਲੱਗ ਜਾਂਦਾ ਵੀ ਜਿਹੜੀ ਚੀਜ਼ ਹੈਗੀ ਉਹ ਹਾਲੇ ਵੀ ਵਰਲਡ ਦੇ ਵਿੱਚ ਐਗਜ਼ਿਸਟ ਕਰਦੀ ਆ। ਸੋ ਕਿਸ ਸਟੇਜ ਦੇ ਵਿੱਚ ਆਬਜੈਕਟ ਪਰਮਾਨੈਂਸ ਆ ਜਾਂਦੀ ਹੈ ਸੈਂਸਰੀ ਮੋਟਰ ਸਟੇਜ ਦੇ ਵਿੱਚ, ਜੋ ਕਿ ਆਪਣੀ ਫਸਟ ਸਟੇਜ ਹੈ 0 to 2 ਈਅਰ ਦੀ ਸਟੇਜ ਹੈ। ਠੀਕ ਹੈ ਜੀ। ਇਹ ਸੀਗੇ ਆਪਣੇ 20 ਮੋਸਟ ਇੰਪੋਰਟੈਂਟ ਕੁਐਸਚਨ। ਸੋ ਮੈਨੂੰ ਦੱਸ ਕੇ ਜਾਣਾ ਆਊਟ ਆਫ 20 ਤੁਹਾਡੇ ਕਿੰਨੇ ਠੀਕ ਹੋਏ ਹੈ। ਠੀਕ ਹੈ ਜੀ। ਐਂਡ ਵੀਡੀਓ ਅਗਰ ਅੱਛੀ ਲੱਗੀ ਹੈ, ਤੁਹਾਨੂੰ ਵਾਕਈ ਪਿਆਜੇ ਦੀ ਥਿਊਰੀ ਜਿਹੜੀ ਸਮਝ ਆ ਚੁੱਕੀ ਹੈ ਪੂਰੀ ਕੰਪਲੀਟ ਤਰੀਕੇ ਦੇ ਨਾਲ, ਸੋ ਮੈਨੂੰ ਜ਼ਰੂਰ ਦੱਸ ਕੇ ਜਾਇਓ ਐਂਡ ਲਾਈਕ ਜ਼ਰੂਰ ਕਰਕੇ ਜਾਇਓ। ਠੀਕ ਹੈ ਜੀ। ਸੋ ਨੈਕਸਟ ਕਿਹੜੀ ਥਿਊਰੀ ਕਰਵਾਉਣੀ ਹੈ ਉਹ ਵੀ ਮੈਨੂੰ ਜ਼ਰੂਰ ਦੱਸਣਾ। ਥੈਂਕ ਯੂ ਸੋ ਮਚ।